यीशु जी मैं आया, तेरे हजूर यीशु जी मैं आया। आनंद शांति पाउण नू, खाली दिल नू मैं हाले आया, खाली दिल नू मैं हाले आया। पाक रूह दी बरकत पाउण नू, तेरे हजूर यीशु जी मैं आया, तेरे हजूर यीशु जी मैं आया। खून अपने नाल तू तो दे मेरे चोले नू, खून अपने नाल तू तो दे मेरे चोले नू। मैनू पवित्र करने वाला मेरा मालिक तू, मैनू पवित्र करने वाला मेरा मालिक तू। तू है मेहरबान, हालेलुया, तेरे हजूर यीशु जी मैं आया, तेरे हजूर यीशु जी मैं आया, तेरे हजूर यीशु जी मैं आया। बाप ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਤੇ आमीन। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਵਿੱਚ ਪਿਆਰੇ ਭੈਣੋ ਤੇ ਭਰਾਓ, ਅੱਜ ਅਸੀਂ ਸੰਤ ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਈਦ ਮਨਾ ਰਹੇ ਹਾਂ, ਉਸ ਦਾ ਸ਼ਹੀਦੀ ਦਿਵਸ ਮਨਾ ਰਹੇ ਹਾਂ। ਸੰਤ ਯੂਹੰਨਾ ਬਪਤਿਸਮਾ ਦੇਣ ਵਾਲਾ ਬਹੁਤ ਹੀ ਅਹਿਮ ਰੋਲ ਅਦਾ ਕਰਦਾ ਹੈ। ਪੁਰਾਣੇ ਨੇਮ ਵਿੱਚੋਂ ਜਿੰਨੇ ਵੀ ਨਬੀ ਹਨ, ਉਹਨਾਂ ਵਿੱਚੋਂ ਇਹ ਆਖਰੀ ਨਬੀ ਮੰਨਿਆ ਜਾਂਦਾ ਹੈ। ਨਵੇਂ ਨੇਮ ਦੇ ਵਿੱਚੋਂ ਜਿੰਨੇ ਵੀ ਰਸੂਲ ਹਨ, ਉਹਨਾਂ ਤੋਂ ਇਹ ਪਹਿਲਾ ਮੰਨਿਆ ਜਾਂਦਾ ਹੈ। ਨਬੀਆਂ ਵਿੱਚੋਂ ਆਖਰੀ ਨਬੀ ਤੇ ਸੰਤਾਂ ਵਿੱਚੋਂ ਨਵੇਂ ਨੇਮ ਦੇ ਪਹਿਲੇ ਸੰਤ ਦਾ ਰੁਤਬਾ ਇਸ ਨੂੰ ਹਾਸਲ ਹੈ। ਆਓ ਅਸੀਂ ਅੱਜ ਇਸ ਮੌਕੇ 'ਤੇ ਖਾਸ ਤੌਰ 'ਤੇ ਸਾਰੇ ਮਿਸ਼ਨਰੀਆਂ ਲਈ ਪ੍ਰਾਰਥਨਾ ਕਰੀਏ, ਜੋ ਆਪਣੇ ਈਮਾਨ ਦੇ ਕਾਰਨ, ਮਸੀਹੀ ਪ੍ਰਚਾਰ ਦੇ ਕਾਰਨ ਬਹੁਤ ਸਾਰੀਆਂ ਮੁਸੀਬਤਾਂ, ਜ਼ੁਲਮਾਂ, ਅਤਿਆਚਾਰਾਂ ਦਾ ਸਾਹਮਣਾ ਕਰ ਰਹੇ ਹਨ। ਆਓ ਇਹਨਾਂ ਪਵਿੱਤਰ ਭੇਦਾਂ ਨੂੰ ਯੋਗ ਢੰਗ ਨਾਲ ਮਨਾਉਣ ਲਈ ਆਪਣੇ ਕੀਤੇ ਗੁਨਾਹ, ਗਲਤੀਆਂ ਉੱਤੇ ਪਛਤਾਵਾ ਕਰੀਏ, ਸੱਚੇ ਦਿਲੋਂ ਮਾਫੀ ਮੰਗੀਏ ਅਤੇ ਰਲ ਕੇ ਆਖੀਏ, ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਵੋ ਤੇ ਭੈਣੋ, ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ, ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਧੰਨ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਪ੍ਰਭੂ ਤੇ ਭੈਣੋ, ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। आमीन। ऐ प्रभु दया कर, ऐ प्रभु दया कर, ऐ मसीहा दया कर, ऐ मसीहा दया कर, ऐ प्रभु दया कर। ऐ प्रभु दया कर। ਅਸੀਂ ਪ੍ਰਾਰਥਨਾ ਕਰੀਏ। ऐ प्रभु खुदा, ਤੂੰ ਸੰਤ ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਉਸ ਦੇ ਜਨਮ ਅਤੇ ਮੌਤ ਵਿੱਚ ਆਪਣੇ ਬੇਟੇ ਪ੍ਰਭੂ ਯਿਸੂ ਮਸੀਹ ਦੇ ਅੱਗੇ ਖਲਣਾ ਚਾਹਿਆ। ਸਾਨੂੰ ਵੀ ਇਹ ਫਜ਼ਲ ਦੇ ਕਿ ਅਸੀਂ ਖੁਸ਼ੀ ਨਾਲ ਤੇਰੀ ਅੰਜੀਲ ਦੀ ਗਵਾਹੀ ਦੇਣ ਵਿੱਚ ਅੱਗੇ ਵਧੀਏ ਅਤੇ ਸੰਤ ਯੂਹੰਨਾ ਦੀ ਪੈਰਵੀ ਕਰੀਏ, ਜਿਸ ਨੇ ਸੱਚਾਈ ਅਤੇ ਇਨਸਾਫ ਦੀ ਗਵਾਹੀ ਦੇਣ ਲਈ
अपना जीवन कुर्बान किया। साडे प्रभु यीशु मसीह तेरे बेटे दे राही जो तेरे नाल रूप पाक दी एकता विच एक खुदा जिंदा ते राज करदा है सदा तो सदा तिकर। आमीन। पाठ पहला जिरमिया नबी दी पुस्तक उसदा 1 बाब 17 तो 19 आयत तक। जिरमिया तू तैयार हो ਅਤੇ ਜਾ ਕੇ ਉਹਨਾਂ ਨੂੰ ਮੇਰੀ ਆਗਿਆ ਅਨੁਸਾਰ ਸਭ ਕੁਝ ਦੱਸ। ਤੂੰ ਇਸ ਵੇਲੇ ਉਹਨਾਂ ਕੋਲ ਨਾ ਡਰ, ਨਹੀਂ ਤਾਂ ਮੈਂ ਆਪ ਹੋਰ ਅਧਿਕ ਤੈਨੂੰ ਉਹਨਾਂ ਸਾਹਮਣੇ ਡਰਾ ਦੇਵਾਂਗਾ। ਜਿਰਮੀਆ ਤੂੰ ਧਿਆਨ ਨਾਲ ਸੁਣ, ਇਸ ਧਰਤੀ ਦਾ ਹਰ ਨਿਵਾਸੀ ਤੇਰੇ ਵਿਰੁੱਧ ਹੋ ਜਾਵੇਗਾ। ਰਾਜੇ, ਅਧਿਕਾਰੀ, ਪ੍ਰੋਹਿਤ ਅਤੇ ਸਾਧਾਰਨ ਲੋਕ ਵੀ ਤੇਰੇ ਵਿਰੁੱਧ ਹੋ ਜਾਣਗੇ, ਪਰ ਅੱਜ ਮੈਂ ਤੈਨੂੰ ਉਹਨਾਂ ਦੇ ਸਾਹਮਣੇ ਖੜੇ ਹੋਣ ਦੀ ਸ਼ਕਤੀ ਦੇ ਰਿਹਾ ਹਾਂ। ਮੈਂ ਤੈਨੂੰ ਉਹਨਾਂ ਸਾਹਮਣੇ ਪੱਕੇ ਕਿਲੇ, ਲੋਹੇ ਦੇ ਖੰਭ ਅਤੇ ਕਹੇ ਦੀ ਕੰਧ ਦੀ ਤਰ੍ਹਾਂ ਬਣਾ ਦੇਵਾਂਗਾ। ਮੈਂ ਪ੍ਰਭੂ ਨੇ ਇਹ ਕਿਹਾ ਹੈ। ਇਹ ਪ੍ਰਭੂ ਦੀ ਬਾਣੀ ਹੈ। खुदा दा शुक्र होवे। प्रभु तुहाडे नाल होवे ਅਤੇ ਤੁਹਾਡੀ रूह नाल भी होवे।
ਪਾਠ ਪਵਿੱਤਰ ਅੰਜੀਲ ਦਾ ਸਨ ਮਰਕਸ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਮਸੀਹ। ਉਸ ਦਾ 6 ਅਧਿਆਏ 17 ਤੋਂ 29 ਆਇਤ। क्यों जो हेरोदेस ने अपने भरा फिलिप की पत्नी हेरोदियस की खातर आप आदमी खले सन जिन्हां उसनूं गिरफ्तार करके कैद विच बंद रखिया सी, क्योंकि हेरोदेस ने उस औरत नाल ब्याह कर लिया सी अते यूहन्ना हेरोदेस नूं कहा करदा सी अपने भरा दी पत्नी नूं रखना तेरे लिए जायज़ नहीं है। इसलिए हेरोदियास यूहन्ना ते खार खांदी सी अते ओ उसनूं मार देना चाहुंदी सी, पर वो इंज नहीं कर सकती सी, क्योंकि हेरोदेस ये जानदे होए कि यूहन्ना धर्मी अते संत है, उस तों डरदा सी अते उसदी रखिया करदा सी। ਜਦੋਂ ਉਹ ਉਸ ਦਾ ਉਪਦੇਸ਼ ਸੁਣਦਾ ਤਾਂ ਉਹ ਬਹੁਤ ਹੀ ਘਬਰਾ ਜਾਂਦਾ ਸੀ, ਫਿਰ ਵੀ ਉਹ ਉਸ ਨੂੰ ਸੁਣਨਾ ਪਸੰਦ ਕਰਦਾ ਸੀ। ਪਰ ਇੱਕ ਮੌਕਾ ਆਇਆ ਜਦੋਂ ਹੈਰੋਦੇਸ ਨੇ ਆਪਣੇ ਜਨਮ ਦਿਨ ਤੇ ਆਪਣੇ ਦਰਬਾਰੀਆਂ ਨੂੰ, ਸੈਨਾ ਦੇ ਅਫਸਰਾਂ ਨੂੰ ਅਤੇ ਗਲੀਲ ਦੇ ਪ੍ਰਮੁੱਖ ਲੋਕਾਂ ਨੂੰ ਇੱਕ ਦਾਵਤ ਦਿੱਤੀ। ਉਸ ਮੌਕੇ ਉੱਤੇ ਹੈਰੋਦਿਆਸ ਦੀ ਧੀ ਆਈ ਅਤੇ ਉਸਨੇ ਆਪਣਾ ਨਾਚ ਪੇਸ਼ ਕੀਤਾ, ਨਾਲੇ ਉਹਦੇ ਸਾਰੇ ਮਹਿਮਾਨਾਂ ਨੂੰ ਖੁਸ਼ ਕੀਤਾ। ਰਾਜੇ ਨੇ ਲੜਕੀ ਨੂੰ ਕਿਹਾ, ਜੋ ਤੂੰ ਚਾਹੇ ਸੋ ਮੇਰੇ ਤੋਂ ਮੰਗ ਅਤੇ ਮੈਂ ਤੈਨੂੰ ਉਹ ਦੇ ਦੇਵਾਂਗਾ। ਫਿਰ ਉਸਨੇ ਉਸਦੇ ਸਾਹਮਣੇ ਸਹੁੰ ਖਾ ਕੇ ਕਿਹਾ, ਜੋ ਕੁਝ ਵੀ ਤੂੰ ਮੇਰੇ ਤੋਂ ਮੰਗੇਂਗੀ, ਭਾਵੇਂ ਮੇਰਾ ਅੱਧਾ ਰਾਜ ਕਿਉਂ ਨਾ ਹੋਵੇ, मैं तैनू दे देवांगा। लड़की बाहर गई ਅਤੇ अपनी मां ਨੂੰ ਕਿਹਾ, मैं की मंगा? उसने कहा, यूहन्ना बपतिस्मा देने वाले ਦਾ ਸਿਰ। ਉਹ ਤੁਰੰਤ ਦੌੜਦੀ ਹੋਈ ਰਾਜੇ ਕੋਲ ਆਈ ਅਤੇ ਇਹ ਕਹਿੰਦੇ ਹੋਏ ਮੰਗ ਕੀਤੀ, ਮੈਂ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਇਸੇ ਵਕਤ ਥਾਲ ਵਿੱਚ ਰੱਖ ਕੇ यूहन्ना बपतिस्मा देने वाले दा सिर दे दिओ। राजे नूं बहुत ही दुख लगा, पर अपनी सौं अते अपने प्राहुणियां दे करके ਉਹ लड़की नूं दिता गया वचन तोड़ना नहीं सी चाहुंदा। राजे ने तुरंत गार्ड दे एक सिपाही नूं घल के यूहन्ना दा सिर लैके आउण दा हुक्म दिता। उसने जाके कैद विच यूहन्ना दा सिर वड्डिया ਅਤੇ ਥਾਲ ਵਿੱਚ ਰੱਖ ਕੇ ਲੜਕੀ ਨੂੰ ਦੇ ਦਿੱਤਾ ਅਤੇ ਲੜਕੀ ਨੇ ਆਪਣੀ ਮਾਤਾ ਨੂੰ ਦੇ ਦਿੱਤਾ। ਜਦੋਂ यूहन्ना ਦੇ ਚੇਲਿਆਂ ਨੇ ਇਸ ਬਾਰੇ ਸੁਣਿਆ ਤਾਂ ਉਹਨਾਂ ਆ ਕੇ ਉਹਦਾ ਸਰੀਰ ਲਿਆ ਅਤੇ ਉਸ ਨੂੰ ਕਬਰ ਵਿੱਚ ਰੱਖ ਦਿੱਤਾ। ਪ੍ਰਭੂ ਦੀ ਪਾਕ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਪਿਆਰੇ ਭੈਣਾਂ ਤੇ ਭਰਾਓ, ਅਸੀਂ ਵੇਖਦੇ ਹਾਂ ਕਿ ਸੰਤ यूहन्ना ਬਪਤਿਸਮਾ ਦੇਣ ਵਾਲਾ ਇੱਕ ਅਜਿਹਾ ਨਬੀ ਹੋਇਆ ਹੈ ਜਿਸ ਨੂੰ ਏਲੀਆ ਦਾ ਇੱਕ ਤਰ੍ਹਾਂ ਦਾ ਦੂਜਾ ਰੂਪ ਸਮਝਿਆ ਜਾਂਦਾ ਸੀ। ਯਾਨੀ ਕਿ ਜਿਸ ਤਰ੍ਹਾਂ ਏਲੀਆ ਜਾਨਵਰਾਂ ਦੇ ਖੱਲਾਂ ਦੇ ਕੱਪੜੇ ਪਾਉਂਦਾ ਅਤੇ ਉੱਦਾਂ ਹੀ ਜੰਗਲੀ ਭੋਜਨ ਕਰਦਾ, ਠੀਕ ਉਸੇ ਤਰੀਕੇ ਨਾਲ ਸੰਤ यूहन्ना ਬਪਤਿਸਮਾ ਦੇਣ ਵਾਲਾ ਵੀ ਇਸੇ ਤਰੀਕੇ ਦਾ ਜੀਵਨ ਬਤੀਤ ਕਰਦਾ ਸੀ। ਅਤੇ ਜਦੋਂ ਉਹ ਲੋਕਾਂ ਦੇ ਵਿੱਚ ਸਭ ਤੋਂ ਪਹਿਲਾਂ ਆਇਆ, ਜੋ ਲੋਕਾਂ ਨੇ ਉਸ ਨੂੰ ਦੇਖਿਆ, ਸੁਣਨ ਤੋਂ ਪਹਿਲਾਂ ਵੀ ਉਹ ਲੋਕ ਉਸ ਨੂੰ ਦੇਖ ਕੇ ਹੀ ਨਬੀ ਮੰਨਣਾ ਸ਼ੁਰੂ ਹੋ ਜਾਂਦੇ ਆ ਕਿ ਇੱਦਾਂ ਦਾ ਲਿਬਾਸ, ਇੱਦਾਂ ਦਾ ਰਹਿਣਾ, ਇੱਦਾਂ ਦਾ ਸੁਭਾਅ ਇਹ ਸਿਰਫ ਇੱਕ ਨਬੀ ਦਾ ਹੋ ਸਕਦਾ ਹੈ। ਅਤੇ ਸੁਭਾਅ ਕਿਸ ਤਰ੍ਹਾਂ ਦਾ ਆ? ਸੁਭਾਅ ਬਹੁਤ ਹੀ ਸਖਤ। ਕਿਉਂ ਸਖਤ? ਸਿਰਫ ਗੁਨਾਹਾਂ ਅਤੇ ਪਾਪਾਂ ਦੇ ਕਾਰਨ। ਇਸ ਕਰਕੇ ਸਖਤਾਈ ਨਾਲ ਲੋਕਾਂ ਨੂੰ ਸਿੱਧੇ ਸਿੱਧੇ ਕਹਿੰਦਾ ਆ ਜੋ ਉਹ ਗਲਤੀਆਂ ਕਰਦੇ ਆ ਕਿ ਤੁਸੀਂ ਖੁਦਾ ਦੇ ਵੱਲ ਵਾਪਸ ਮੁੜੋ। ਉਹਨੂੰ ਦੇਖ ਕੇ ਲੋਕ ਨਬੀ ਮੰਨਦੇ ਆ, ਪਰ ਜਦੋਂ ਉਹ ਵਚਨ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦਾ ਆ,
ਲੋਕੀ ਹੋਰ ਵੀ ਉਸ ਉੱਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦੇ ਆ, ਸਿਰਫ ਨਬੀ ਹੀ ਨਹੀਂ, ਇਹ ਸੋਚ ਕੇ ਕਿ ਸ਼ਾਇਦ ਇਹੀ ਆਉਣ ਵਾਲਾ ਮਸੀਹ ਹੈ। ਤੇ ਉਹ ਆਪਣੇ ਉਸ ਪ੍ਰਚਾਰ ਵਿੱਚ ਲੋਕਾਂ ਨੂੰ ਵਾਪਸ ਲੈ ਕੇ ਆਉਣ ਦੇ ਵਿੱਚ ਕਿਸੇ ਨਾਲ ਕੋਈ ਤਰ੍ਹਾਂ ਦੀ ਨਿਰਮਾਈ ਨਹੀਂ ਕਰਦਾ। ਭਾਵੇਂ ਰਾਜੇ ਆ ਤਾਂ ਭਾਵੇਂ ਆਮ ਲੋਕ ਆ, ਚਾਹੇ ਸਿਪਾਹੀ ਆ, ਚਾਹੇ ਵੈਸ਼ੀਆਂ ਵਾ, ਹਰ ਤਰ੍ਹਾਂ ਦੇ ਲੋਕ। ਇੱਥੋਂ ਤੱਕ ਕਿ ਜਦੋਂ ਆਪਾਂ ਅੱਜ ਹੈਰੋਦੇਸ ਦੇ ਬਾਰੇ ਸੁਣਿਆ ਕਿ ਉਹ ਇਸ ਨੂੰ ਵੀ ਜੋ ਖੁਦਾ ਦਾ ਵਚਨ ਕਹਿੰਦਾ ਹੈ ਉਸ ਦੇ ਖਿਲਾਫ ਜਾਣ ਉੱਤੇ ਉਸ ਦਾ ਵੀ ਵਿਰੋਧ ਕਰਦਾ ਹੈ ਕਿ ਆਪਣੇ ਭਰਾ ਦੀ ਪਤਨੀ ਨਾਲ ਰਹਿਣਾ ਉਸ ਲਈ ਜਾਇਜ਼ ਨਹੀਂ ਹੈ। ਪਿਆਰਿਓ, ਜਦੋਂ ਕਿਤੇ ਵੀ ਅਸੀਂ ਸ਼ਾਦੀ ਦਰੁਸਤ ਵਾਲੀ ਗੱਲ ਕਰਦੇ ਹਾਂ ਕਿ ਕਿਸੇ ਦਾ ਵਿਆਹ ਦਰੁਸਤ ਹੋਣਾ ਚਾਹੀਦਾ ਆ, ਉਦੋਂ ਹਮੇਸ਼ਾ ਅਸੀਂ ਸੰਤ ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਯਾਦ ਕਰ ਲਈਏ। ਲੋਕਾਂ ਨੂੰ ਪਤਾ ਨਹੀਂ ਕਿ ਉਹਨਾਂ ਦਾ ਵਿਆਹ ਦਰੁਸਤ ਕਿਉਂ ਹੋਣਾ ਚਾਹੀਦਾ ਹੈ। ਜੇਕਰ ਤੁਹਾਡਾ ਨਿਕਾਹ ਹੋਇਆ, ਯਾਨੀ ਕਿ ਨਿਕਾਹ ਦਾ ਸਾਕਰਾਮੈਂਟ ਤੁਹਾਨੂੰ ਮਿਲਿਆ ਤੇ ਠੀਕ ਹੈ। ਜੇਕਰ ਕਿਸੇ ਵਜ੍ਹਾ ਕਾਰਨ ਤੁਹਾਡਾ ਨਿਕਾਹ ਨਹੀਂ ਹੋਇਆ ਤੇ ਕਿਸੇ ਹੋਰ ਤਰੀਕੇ ਨਾਲ, ਹੋਰ ਕਿਸੇ ਰੀਤ ਨਾਲ ਤੁਹਾਡਾ ਵਿਆਹ ਹੋ ਚੁੱਕਿਆ ਆ, ਸਮਾਜ ਵਿੱਚ ਇਹ ਪ੍ਰਵਾਨਯੋਗ ਹੈ, ਪਰ ਕਲੀਸਿਆ ਦੇ ਸਾਹਮਣੇ ਪ੍ਰਵਾਨਯੋਗ ਨਹੀਂ ਹੈ। ਇਸ ਕਰਕੇ ਇਸ ਨੂੰ ਕਿਹਾ ਜਾਂਦਾ ਕਿ ਤੁਹਾਡਾ ਵਿਆਹ ਜਾਂ ਤੁਹਾਡੀ ਸ਼ਾਦੀ ਦਰੁਸਤ ਕੀਤੀ ਜਾਣੀ ਚਾਹੀਦੀ ਆ ਕਲੀਸਿਆ ਦੀਆਂ ਰੀਤਾਂ ਦੇ ਅਨੁਸਾਰ। ਉੱਥੇ ਜੇਕਰ ਕਿਸੇ ਨੂੰ ਕੋਈ ਸ਼ੱਕ ਹੁੰਦਾ ਆ ਵੀ ਹਾਂਜੀ ਇਹ ਕਿਉਂ ਕਰਨਾ ਚਾਹੀਦਾ ਆ, ਸਾਨੂੰ ਸੰਤ ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਸ਼ਹੀਦੀ ਯਾਦ ਆਏਗੀ ਕਿ ਉਸਨੇ ਕਿਉਂ ਕਿਹਾ ਕਿ ਆਪਣੇ ਭਰਾ ਦੀ ਪਤਨੀ ਨਾਲ ਇਸ ਤਰੀਕੇ ਨਾਲ ਰਹਿਣਾ ਜਾਇਜ਼ ਨਹੀਂ ਹੈ। ਯਾਨੀ ਕਿ ਜਦੋਂ ਇੱਕ ਮਸੀਹੀ ਜਿਨ੍ਹਾਂ ਦਾ ਬਪਤਿਸਮਾ ਹੋ ਚੁੱਕਿਆ ਹੈ, ਜੇਕਰ ਉਹ ਨਿਕਾਹ ਦਾ ਸਾਕਰਾਮੈਂਟ ਗ੍ਰੈਂਡ ਨਹੀਂ ਕਰਦੇ ਤਾਂ ਇਹਦਾ ਮਤਲਬ ਉਹ ਨਾਜਾਇਜ਼ ਤਰੀਕੇ ਨਾਲ ਇਕੱਠੇ ਰਹਿ ਰਹੇ। ਬੇਸ਼ੱਕ ਸਮਾਜ ਵਿੱਚ ਉਹਨਾਂ ਨੂੰ ਕੋਈ ਸਮੱਸਿਆ ਨਹੀਂ, ਸਮਾਜ ਨੇ ਉਹਨਾਂ ਨੂੰ ਜਾਂ ਪ੍ਰਵਾਨ ਕੀਤਾ ਆ, ਪਰ ਕਲੀਸਿਆ ਦੀ ਨਜ਼ਰਾਂ ਵਿੱਚ ਉਹ ਜਾਇਜ਼ ਤੌਰ 'ਤੇ ਨਹੀਂ ਰਹਿ ਰਹੇ। ਇਸ ਕਰਕੇ ਕਲੀਸਿਆ ਇਸ ਗੱਲ ਉੱਤੇ ਜ਼ੋਰ ਦਿੰਦੀ ਹੈ ਕਿ ਆਪਣੇ ਵਿਆਹ ਨੂੰ ਦਰੁਸਤ ਕਰਾਓ, ਸ਼ਾਦੀ ਦਰੁਸਤ ਕਰਾਓ, ਨਿਕਾਹ ਦਾ ਸਾਕਰਾਮੈਂਟ ਤੁਸੀਂ ਗ੍ਰਹਿਣ ਕਰੋ। ਅੱਜ ਦੇ ਇਸ ਵਚਨ ਦੇ ਅਨੁਸਾਰ ਇੱਕ ਹੋਰ ਗੱਲ ਆਪਾਂ ਯਾਦ ਰੱਖਣੀ ਹੈ ਕਿ ਜਦੋਂ ਕੋਈ ਕਿਸੇ ਅੱਗੇ ਮੰਗ ਕਰਦਾ ਆ, ਉਹ ਮੰਗ ਕਿਸ ਤਰ੍ਹਾਂ ਦੀ ਹੈ, ਉਹ ਮੰਗ ਵੀ ਜਾਇਜ਼ ਹੈ ਜਾਂ ਨਹੀਂ। ਉਹ ਲੜਕੀ ਆਈ, ਉਸਨੇ ਸਾਰੇ ਲੋਕਾਂ ਅੱਗੇ ਨਾਚ ਪੇਸ਼ ਕੀਤਾ, ਸਭ ਨੂੰ ਖੁਸ਼ ਕੀਤਾ, ਪਰ ਉਸ ਨੂੰ ਇਹ ਨਹੀਂ ਪਤਾ ਲੱਗਾ ਕਿ ਮੇਰੀ ਮੰਗ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਬੇਸ਼ੱਕ ਉਸ ਰਾਜੇ ਨੇ, ਹੈਰੋਦੇਸ ਨੇ ਉਸ ਨੂੰ ਆਪਣਾ ਅੱਧਾ ਰਾਜ ਦੇਣ ਦਾ ਵਾਅਦਾ ਕੀਤਾ, ਯਾਨੀ ਕਿ ਉਹ ਸਾਰੀ ਉਮਰ ਉਸ ਦੇ ਅੱਧੇ ਰਾਜ ਉੱਤੇ ਰਾਣੀ ਬਣ ਕੇ ਰਾਜ ਕਰ ਸਕਦੀ ਸੀ, ਉਹਦੀ ਸਾਰੀ ਉਮਰ ਵਧੀਆ ਲੱਗਣੀ ਸੀ। ਪਰ ਉਸ ਉੱਤੇ ਇਹ ਦੋਸ਼ ਲੱਗ ਜਾਂਦਾ ਹੈ ਜਦੋਂ ਉਸ ਨੂੰ ਇਹ ਪਤਾ ਨਹੀਂ ਹੁੰਦਾ ਕਿ ਮੈਂ ਮੰਗ ਕਿਸ ਤਰ੍ਹਾਂ ਦੀ ਕਰਨੀ ਹੈ, ਅਤੇ ਉਹ ਬਿਨਾਂ ਸੋਚੇ ਸਮਝੇ ਇਹੋ ਜਿਹੀ ਮੰਗ ਕਰ ਲੈਂਦੀ ਹੈ ਜਿੱਥੇ ਹਮੇਸ਼ਾ ਉਸ ਨੂੰ ਵੀ ਸੰਤ ਯੂਹੰਨਾ ਦੇ ਉਸ ਕੁਰਬਾਨੀ ਦੇ ਵਿੱਚ, ਜਾਂ ਕਹਿ ਲਓ ਕਿ ਇਸ ਕੀਤੇ ਗਏ ਕਤਲ ਦੇ ਵਿੱਚ ਹਮੇਸ਼ਾ ਲਈ ਯਾਦ ਕੀਤਾ ਜਾਵੇਗਾ ਕਿ ਇਹਦਾ ਵੀ ਇਸ ਬੁਰੇ ਕੰਮ ਦੇ ਵਿੱਚ ਹੱਥ ਹੈ, ਸਹਿਯੋਗ ਹੈ। ਜਦੋਂ ਅਸੀਂ ਮੰਨ ਲਓ ਖੁਦਾ ਅੱਗੇ ਮੰਗ ਕਰਦੇ ਹਾਂ ਜਾਂ ਆਪਣੇ ਭੈਣਾਂ ਭਰਾਵਾਂ ਅੱਗੇ ਮੰਗ ਕਰਦੇ ਹਾਂ, ਆਪਾਂ ਸੋਚੀਏ ਕਿ ਉਹ ਸਾਡੇ ਲਈ ਸਹੀ ਹੈ, ਸਮਾਜ ਲਈ ਸਹੀ ਹੈ, ਸਾਡੇ ਆਸੇ ਪਾਸੇ ਲੋਕ ਜੋ ਰਹਿੰਦੇ ਆ ਉਹਨਾਂ ਲਈ ਸਹੀ ਹੈ ਜਾਂ ਨਹੀਂ। ਇਹ ਜਾਣਨਾ ਜਾਂ ਇਸ ਚੀਜ਼ ਦਾ ਫੈਸਲਾ ਕਰਨਾ ਜੇਕਰ ਸਾਨੂੰ ਨਹੀਂ ਪਤਾ, ਖੁਦਾ ਨੂੰ ਪਤਾ ਆ, ਕਿਉਂਕਿ ਸਾਡੀਆਂ ਬਹੁਤ ਸਾਰੀਆਂ ਮੰਗਾਂ ਹੁੰਦੀਆਂ ਆ, ਸਾਰੀਆਂ ਮੰਗਾਂ ਖੁਦਾ ਪ੍ਰਵਾਨ ਨਹੀਂ ਕਰਦਾ। ਉਹੀ ਮੰਗ ਜਾਇਜ਼ ਤੌਰ 'ਤੇ ਪ੍ਰਵਾਨ ਕੀਤੀ ਜਾਂਦੀ ਹੈ ਜਿਸ ਦੇ ਬਾਰੇ ਖੁਦਾ ਨੂੰ ਪਤਾ ਹੈ ਕਿ ਇਹ ਕੰਮ, ਇਹ ਗੱਲ ਜਾਂ ਇਹ ਮੰਗ ਸਹੀ ਹੈ, ਉਹੀ ਸਾਨੂੰ ਪ੍ਰਦਾਨ ਕਰਦਾ ਹੈ। ਆਓ ਅਸੀਂ ਇਸ ਦੇ ਲਈ ਖੁਦਾ ਦੇ ਅੱਗੇ ਪ੍ਰਾਰਥਨਾ ਕਰੀਏ। ਸਰਵਸ਼ਕਤੀਮਾਨ ਪਿਤਾ ਪਰਮੇਸ਼ਵਰ, ਅਸੀਂ ਤੁਹਾਡੀ ਮਹਿਮਾ ਤੇ ਵਡਿਆਈ ਕਰਦੇ ਹਾਂ, ਧੰਨਵਾਦ ਕਰਦੇ ਹਾਂ ਇਸ ਦਿਨ ਦੇ ਲਈ, ਸਾਨੂੰ ਇਕੱਠਿਆਂ ਕਰਨ ਦੇ ਲਈ। ਅੱਜ ਦਾ ਦਿਨ ਜੋ ਤੁਹਾਡੇ ਨਾਂ 'ਤੇ ਸ਼ੁਰੂ ਕਰ ਰਹੇ ਹਾਂ, ਐ ਪ੍ਰਭੂ ਅਸੀਂ ਆਪਣੇ ਸਾਰੇ ਕੰਮਾਂ ਕਾਰਾਂ ਗਤੀਵਿਧੀਆਂ ਨੂੰ ਤੁਹਾਡੇ ਚਰਨਾਂ ਵਿੱਚ ਸੌਂਪਦੇ ਹਾਂ। ਸਾਡੇ ਸਭ ਦਾ ਮਾਰਗਦਰਸ਼ਨ ਅਤੇ ਅਗਵਾਈ ਕਰੋ। ਨਾਲ ਹੀ ਪ੍ਰਾਰਥਨਾ ਕਰਦੇ ਹਾਂ ਮਿਸ਼ਨਰੀਆਂ ਦੇ ਲਈ, ਐ ਪ੍ਰਭੂ ਜੀ ਉਹਨਾਂ ਨੂੰ ਆਪਣੇ ਵਚਨ ਅਨੁਸਾਰ ਚੱਲਣ ਦਾ ਵਰਦਾਨ ਬਖਸ਼ੋ ਅਤੇ ਹਮੇਸ਼ਾ ਉਹਨਾਂ ਨੂੰ ਆਪਣੇ ਪਵਿੱਤਰ ਹੱਥਾਂ ਦੇ ਹੇਠਾਂ ਸੁਰੱਖਿਅਤ ਰੱਖੋ। ਅਸੀਂ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ।
शैदा है, सच्चा ते जिंदा तू एक खुदा है, खालिक मालिक हर शैदा है, हर शैदा है। ऐ खुदा बंदा साडी सुन दुआ, साडा कर कबूल चढ़ावा। ऐ खुदा बंदा साडी सुन दुआ, साडा कर कबूल चढ़ावा। ਭਰਾਓ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਂ ਦੀ ਉਸਤਤ ਅਤੇ ਵਡਿਆਈ ਲਈ ਅਤੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਐ ਪ੍ਰਭੂ, ਇਹਨਾਂ ਨਿਸ਼ਾਨਿਆਂ ਰਾਹੀਂ ਜੋ ਅਸੀਂ ਤੈਨੂੰ ਚੁਣਾਉਂਦੇ ਹਾਂ, ਤੂੰ ਸਾਨੂੰ ਇਹ ਬਖਸ਼ ਦੇ ਕਿ ਅਸੀਂ ਤੇਰੇ ਰਾਹਾਂ ਨੂੰ ਸਿੱਧੇ ਕਰਦੇ ਰਹੀਏ, ਜਿਸ ਤਰ੍ਹਾਂ ਕਿ ਉਜਾੜ ਵਿੱਚ ਹੁਕਮ ਦੇਣ ਵਾਲੇ ਸੰਤ ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਆਵਾਜ਼ ਨੇ ਸਿਖਾਇਆ। ਉਸ ਨੇ ਆਪਣੇ ਖੂਨ ਨਾਲ ਤੇਰੀ ਸਿੱਖਿਆ ਉੱਤੇ ਮੋਹਰ ਲਾਈ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਸੰਤ ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਯਾਦ ਮਨਾਉਂਦਿਆਂ ਅਸੀਂ ਤੇਰੇ ਮਹਾਨ ਕੰਮਾਂ ਦੀ ਵਡਿਆਈ ਕਰਦੇ ਹਾਂ। ਯੂਹੰਨਾ ਨੇ ਤੇਰੇ ਬੇਟੇ ਪ੍ਰਭੂ ਯਿਸੂ ਦੇ ਆਉਣ 'ਤੇ ਉਸ ਲਈ ਰਾਹ ਤਿਆਰ ਕੀਤਾ। ਤੂੰ ਨਬੀ ਯੂਹੰਨਾ ਨੂੰ ਬਾਕੀ ਸਾਰਿਆਂ ਤੋਂ ਵੱਖਰਾ ਬਣਾ ਕੇ ਖਾਸ ਵਰਦਾਨ ਦਿੱਤੇ। ਉਸ ਦੇ ਜਨਮ ਨੇ ਬਹੁਤ ਖੁਸ਼ੀਆਂ ਲਿਆਂਦੀਆਂ, ਇੱਥੋਂ ਤੱਕ ਕਿ ਆਪਣੀ ਮਾਂ ਦੀ ਕੁੱਖ ਵਿੱਚ ਵੀ ਉਹ ਖੁਸ਼ੀ ਨਾਲ ਉਛਲ ਪਿਆ, ਕਿਉਂ ਜੋ ਇਨਸਾਨ ਦੀ ਮੁਕਤੀ ਨੇੜੇ ਸੀ। ਸਾਰੇ ਨਬੀਆਂ ਵਿੱਚੋਂ ਤੂੰ ਸੰਤ ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਚੁਣ ਲਿਆ, ਤਾਂ ਜੋ ਉਹ ਦੁਨੀਆ ਦੇ ਉਸ ਮੁਕਤੀ ਦਾਤੇ ਦੀ ਜਾਣ ਪਛਾਣ ਕਰਾਵੇ ਜੋ ਕੁਰਬਾਨੀ ਦਾ ਲੇਲਾ ਹੈ। ਉਸਨੇ ਬਪਤਿਸਮੇ ਦਾ ਸਾਕਰਮੈਂਟ ਮੁਕਰਰ ਕਰਨ ਵਾਲੇ ਨੂੰ ਬਪਤਿਸਮਾ ਦਿੱਤਾ ਅਤੇ ਯਿਸੂ ਨੇ ਪਾਣੀ ਨਾਲ ਬਪਤਿਸਮਾ ਲੈਣ ਦੁਆਰਾ ਬਪਤਿਸਮੇ ਦੇ ਪਾਣੀ ਨੂੰ ਪਵਿੱਤਰ ਕੀਤਾ। ਤੂੰ ਯੂਹੰਨਾ ਨੂੰ ਸ਼ਹੀਦੀ ਮੌਤ ਦੇ ਯੋਗ ਸਮਝਿਆ, ਜੋ ਉਸ ਦੀ ਤੇਰੇ ਬੇਟੇ ਲਈ ਸਭ ਤੋਂ ਵੱਡੀ ਅਤੇ ਆਖਰੀ ਗਵਾਹੀ ਸੀ। ਇਸ ਲਈ ਖੁਸ਼ੀ ਦੇ ਇਸ ਦਿਨ ਅਸੀਂ ਆਨੰਦ ਭਰੇ ਦਿਲਾਂ ਨਾਲ ਫਰਿਸ਼ਤਿਆਂ ਦੇ ਸੰਗੀਤੀ ਲਸ਼ਕਰਾਂ ਨਾਲ ਮਿਲ ਕੇ ਤੇਰੀ ਮਹਿਮਾਨ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਾਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਾਨਾ। ਇਹ ਪ੍ਰਭੂ ਤੂੰ ਸੱਚਮੁੱਚ ਪਵਿੱਤਰ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ, ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਿਸ਼ਾਨਿਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਿਆਂ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਵੋ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ। ਇੱਕ ਵਾਰ ਫਿਰ ਤੇਰਾ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ
ਨਵੇਂ ਅਤੇ ਸਤੀਵੀ ਨੇਮ ਦਾ ਲਹੂ ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ, ਮੇਰੀ ਯਾਦ ਵਿੱਚ ਇਹ ਕਰਿਆ ਕਰੋ। ईमान दा भेद। ऐ प्रभु, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ऐ प्रभु, ਅਸੀਂ ਯਿਸੂ ਤੇਰੀ ਮੌਤ ਅਤੇ ਉਹਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਇਹ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੇ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬੱਝੇ ਰਹੀਏ। ਹੈ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਤੋਂ ਸਾਡੇ ਸੰਤ ਪਾਪਾ ਫ੍ਰਾਂਸਿਸ, ਸਾਡੇ ਬਿਸ਼ਪ ਫ੍ਰੈਂਕੋ ਤੇ ਇਗਨੈਲੋ, ਸਾਰੇ ਪ੍ਰੋਹਤਾ, ਧਾਰਮਿਕ ਸਿਸਟਰਾਂ ਤੇ ਸਭ ਵਿਸ਼ਵਾਸੀ ਲੋਕਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣਾਂ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਨਾਲ ਸੌਂ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਤਾਂ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਐ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ ਤਾਂ ਜੋ ਮੁਕੱਦਸ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੇ ਦੇ ਮੁਬਾਰਕ ਵਰ ਸੰਤ ਯੂਸਫ ਦੇ ਨਾਲ, ਧੰਨ ਰਸੂਲਾਂ, ਸੰਤ ਯੂਹੰਨਾ ਬਪਤਿਸਮਾ ਦੇਣ ਵਾਲਾ ਅਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਤੀਵੀ ਜੀਵਨ ਦੇ ਵਾਰਿਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹੀਂ ਤੇ ਉਸ ਦੇ ਨਾਲ ਤੇ ਉਸ ਦੇ ਵਿੱਚ ਐ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਹ ਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕ। ਆਮੀਨ। आओ उसी खुदा दा राज साडे विच आउण लई ओही प्रार्थना दोहराइए जो प्रभु यीशु मसीह ने सानू सिखाई है। ऐ साडे बाप जेड़ा तू आसमान उते है, तेरा नाम पाक मनिया जावे, तेरा राज आवे, तेरी मर्जी जिस तरह आसमान ते पूरी है जमीन ते भी होवे। साडे रोज रोटी अज सानू दे, साडे कसूर सानू माफ कर जिस तरह असीं अपने कसूरवारां नूं माफ करदे हां। सानू अजमाइश ना पा सगों बुराई तो बचा। आमीन। ऐ प्रभु से प्रार्थना करते हाँ सब बुराइयां तो सन बचा, अपने रहम नाल सारे दिनां विच शांति दे तां जो तेरी दया दी मदद नाल असीं हमेशा गुनाहां तो मुक्त रहिए अते हर मुसीबत तो सुरक्षित रहिए। जिवें मुबारक उम्मीद रखते हुए असीं यीशु मसीह साडे मुक्ति दाते दे आउण दी उडीक करदे हाँ, क्योंकि राज कुदरत जलाल युग युग तेरा ही है। ऐ प्रभु यीशु मसीह तो अपने रसूलां नूं आख्या मैं तुहानूं शांति दिंदा हाँ, अपनी शांति मैं तुहानूं प्रदान करदा हाँ। तो साडे गुनाहां नूं नहीं सगों अपनी कलीसिया दे ईमान नूं वेख अते उस तों अपनी मर्जी मुताबक शांति अते एकता प्रदान कर। तुझे जिंदा ते राज करदा है सदा तो सदा तक। आमीन। प्रभु दी शांति सदा तुहाडे नाल होवे अते तुहाडी रूह नाल भी होवे। असीं आपो विच शांति दा सलाम दईए। एलीले खुदा दे तू जेड़ा दुनिया दे गुनाह चुक लैंदा है साडी ते दया कर। एलीले खुदा दे तू जेड़ा दुनिया दे गुनाह चुक लैंदा है साडी ते दया कर। एलीले खुदा दे तू जेड़ा दुनिया दे गुनाह चुक लैंदा है सानू शांति दे। वेखो खुदा दा लेला प्रभु यीशु मसीह
ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜ ਲਈ ਸੱਦੇ ਗਏ ਹਨ। ऐ प्रभु मैं इस जोग नहीं हाँ कि तू मेरी छत थले आवे, पर एक ही शब्द नाल ता मेरी रूह चंगी हो जावेगी। मेरे दिल दे बगीचे विच आ जा ऐ यीशु प्यारे तू, मेरे दिल दे बगीचे विच आ जा ऐ यीशु प्यारे तू, इस दिल नू कर ले अपना एदा वाली हो जा तू, इस दिल नू कर ले अपना एदा वाली हो जा तू। बगीचे विच आ जा ऐ यीशु प्यारे तू, इस दिल नू कर ले अपना एदा वाली हो जा तू, इस दिल नू कर ले अपना एदा वाली हो जा तू। मेरा दिल है यीशु दा बगीचा, एदा फल असियां जो देना, मेरा दिल है यीशु दा बगीचा, एदा फल असियां जो देना, मोहब्बत दे कम मैं करा, मोहब्बत दी बोली बोला, मोहब्बत दे कम मैं करा, मोहब्बत दी बोली बोला। यीशु 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 यीशु। ਅਸੀਂ ਪ੍ਰਾਰਥਨਾ ਕਰੀਏ। ਐ ਪ੍ਰਭੂ ਖੁਦਾ, ਅੱਜ ਸੰਤ ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਸ਼ਹੀਦੀ ਦੀ ਸ਼ਾਨਦਾਰ ਯਾਦ ਨੂੰ ਮਨਾਉਣ ਲਈ ਤੂੰ ਸਾਨੂੰ ਆਪਣੇ ਅਲਤਾਰ ਦੇ ਸਾਹਮਣੇ ਇਕੱਠਾ ਕੀਤਾ ਹੈ। ਬਖਸ਼ ਦੇ ਕਿ ਅਸੀਂ ਜ਼ਿੰਦਾ ਈਮਾਨ ਨਾਲ ਇਸ ਭੇਦ ਨੂੰ ਮਨਾਈਏ ਅਤੇ ਇਸ ਸਾਕਰਾਮੈਂਟ ਤੋਂ ਨਜ਼ਾਰ ਦੇ ਫਲ ਨੂੰ खुशी नाल इकट्ठियां करिए। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਸਭ ਸ਼ਕਤੀਮਾਨ ਖੁਦਾ ਬਾਪ ਅਤੇ ਬੇਟਾ ਤੇ ਰੂਹ ਪਾਕ ਤੁਹਾਨੂੰ ਸਭ ਨੂੰ ਬਰਕਤ ਦੇਵੇ। ਆਮੀਨ। ਕੁਰਬਾਨੀ ਚੜਾਈ ਗਈ ਮਸੀਹ ਦੀ ਸ਼ਾਂਤੀ ਵਿੱਚ ਜਾਵੋ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ ਐ ਨਹਾਇਤ ਮਿਹਰਬਾਨ ਕੁਆਰੀ ਮਾਂ ਮਰੀਮ, ਪਈ ਕਿ ਸੁਣਿਆ ਗਿਆ ਕੋਈ ਵੀ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੇਰੇ ਤੋਂ ਖਾਲੀ ਗਿਆ ਹੋਵੇ। ਐ ਕੁਆਰੀ ਕੁਆਰਿਆਂ ਦੀ ਅਤੇ ਮੇਰੀ ਮਾਂ, ਮੈਂ ਤਸੱਲੀ ਨਾਲ ਤੇਰੇ ਕੋਲ ਨੱਸੀ ਆਉਂਦੀ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦੀ ਹਾਂ। ਐ ਦੀ ਤਰੀ ਹੋਈ ਕਲਾਮ ਦੀ ਮਾਂ, ਮੇਰੀ ਅਰਜ਼ਨ ਹਕੀਰ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣੀ ਅਤੇ ਕਬੂਲ ਕਰੀ। ਆਮੀਨ। ਮਾਂ ਮਰੀਮ ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ।
सना, रब दी होवे सना हमेशा, रब दी होवे